ਮਸਜਿਦ ਦੇ ਵਿੱਚ ਬਣਦੀਆਂ ਪਈਆਂ ਹਲਵਾ ਪੂੜੀਆਂ। ਮੈਂ ਕਿਹਾ ਇਹ ਕਾਦੀ ਖੁਸ਼ੀ ਦੇ ਵਿੱਚ ਹਲਵਾ ਪੂੜੀਆਂ ਦੇ ਉੱਤੇ ਲੱਗਣ ਲੱਗ ਗਿਆ ਹਲਵਾ, ਮੂੰਹ ਚ ਆ ਗਿਆ ਪਾਣੀ। ਮੈਂ ਕਿਹਾ ਮੈਨੂੰ ਵੀ ਖਵਾਓ। ਉਹਦਾ ਵੀ ਲੱਗਿਆ ਹੋਇਆ ਰਸ਼। ਮੈਂ ਕਿਹਾ ਯਾਰ ਲੜੋ ਨਾ ਯਾਰ, ਗਰਮੀ ਬੜੀ ਜ਼ਿਆਦਾ ਹੈ। ਹੋ ਗਿਆ ਸੀ ਨਮਾਜ਼ੇ ਅਸਰ ਦਾ ਦੇਖਾਂ ਤੇ ਨਮਾਜ਼ੇ ਅਸਰ ਦੀ ਨਮਾਜ਼ ਹੋ ਗਈ ਸੀ। ਮੈਂ ਹੋ ਗਿਆ ਸੀ ਭਾਈ ਜੀ ਲੇਟ। ਦੁਲਿਲਾ ਨਮਾਜ਼ੇ ਅਸਰ ਪੜ੍ਹ ਲਈ ਸੀ। ਨਮਾਜ਼ੇ ਅਸਰ ਪੜ੍ਹਨੇ ਨਾਲ ਦਿਲ ਨੂੰ ਆ ਜਾਂਦਾ ਸਕੂਨ, ਲਿਹਾਜ਼ਾ ਨਮਾਜ਼ ਤੁਸੀਂ ਵੀ ਪੜਿਆ ਕਰੋ। ਮੈਨੇ ਨਜ਼ਰ ਮਾਰਾ, ਖੜੇ ਆ ਜੀ ਰਕਸ਼ੇ ਸਕੂਟਰ ਖੜੇ ਆ। ਮੈਂ ਕਿਹਾ ਕੀ ਹੋ ਰਿਹਾ ਯਾਰ। ਜਿਵੇਂ ਗਿਆ ਮੈਂ ਕੋਲ ਨੂੰ, ਮਲਕ ਸਾਹਿਬ ਬਣਦੇ ਪਏ ਸੀ ਜਲੇਬੀਆਂ, ਕਹਿੰਦੇ ਤੁਸੀਂ ਵੀ ਖਾ ਲਓ। ਪੀਣ ਵਾਲੀ ਚੀਜ਼ ਨੂੰ ਅਸੀਂ ਕਦੀ ਵੀ ਨਾ ਨਹੀਂ ਕੀਤੀ। ਯਾਰਾਂ ਨੇ ਕੱਢਤਾ ਜਲੇਬੀਆਂ ਦਾ ਫਾਂਡਾ, ਫਿਰ ਬਹਿ ਗਏ ਨਾਈਸ ਮੁੰਡੇ ਦੀ ਗੱਡੀ ਦੇ ਵਿੱਚ। ਮੁੰਡੇ ਨੂੰ ਪੁੱਛਿਆ ਮੈਂ ਕਿਹਾ ਆਪ ਕਹਾਂ ਜਾ ਰਹੇ ਹੋ? ਕਹਿੰਦਾ ਬਹਿ ਜਾ ਤੂੰ ਏਡਾ ਉਰਦੂ ਮੈਨ, ਚੁੱਪ ਕਰਕੇ ਬਹਿਣਾ ਬਹਿ, ਨਹੀਂ ਤਾਂ ਤੈਨੂੰ ਡਿੱਗੀ ਚ ਪਾ ਦਾਂ। ਨਾਈਸ ਮੁੰਡੇ ਨੂੰ ਮੈਂ ਵੀ ਕਹਿਤਾ ਫਿਰ ਸ਼ਟ ਅਪ। ਕਹਿੰਦਾ ਯਾਰ ਥੈਂਕ ਯੂ ਨੂੰ ਮਤਲਬ ਹੀ ਨਹੀਂ ਪਤਾ ਸ਼ਟ ਅਪ ਦਾ। ਹੋ ਗਈ ਮਿੱਤਰੋ ਵਾਟਾ ਗ੍ਰੇਟ ਸ਼ਾਟ। ਯਾਰ ਹੁਣੀ ਜਿਵੇਂ ਨਿਕਲਦੇ ਆ ਪਿੰਡੋਂ 1 ਕਿਲੋਮੀਟਰ ਦਾ ਸਫ਼ਰ ਕਰਨੇ ਤੋਂ ਬਾਅਦ ਯਾਰ ਹੁਣੀ ਪਹੁੰਚ ਗਏ 97 ਵਾਲੀ ਪੁਲੀ। ਬਾਅਦ ਆਂਦਾ ਜੀ ਮਿੱਤਰੋ ਐਸਾ ਰੋਡ ਜਿੱਥੇ ਮਿੱਤਰੋ ਗੱਡੀ ਦੇ ਵਿੱਚ ਬੰਦਾ ਬੈਠਾ ਹੋਵੇ ਤੇ ਖਾਣਾ ਹੋ ਜਾਂਦਾ ਹਜ਼ਮ। ਮਿੱਤਰੋ ਰਹਿ ਗਏ ਹੁਣੇ ਹੈਰਾਨ। ਮਿੱਤਰੋ ਮੈਂ ਸਹੀ ਕਹਿ ਰਿਹਾ ਕਿਉਂਕਿ ਟੁੱਟੇ ਰੋਡ ਤੇ ਅਸੀਂ ਫਿਰ ਰਹੇ ਸੀ। ਪਹੁੰਚ ਗਏ ਯਾਰ ਹੁਣੀ ਬਾਈਪਾਸ ਤੇ ਮਿੱਤਰੋ ਪਹੁੰਚਣੇ ਤੋਂ ਬਾਅਦ ਦੇਖਦੇ ਆ ਉੱਥੇ ਸਬਜ਼ ਰਿਹਾ। ਤੁਸੀਂ ਦੇਖਦੇ ਹੋਣੇ ਆ ਕਾਲਜ ਆ ਮਿੱਤਰੋ, ਇਹਦਾ ਪ੍ਰਿੰਸੀਪਲ ਹੈਗਾ ਜੀ ਮੈਂ। ਮੁੰਡਾ ਕਹਿੰਦਾ ਉੱਠ ਕੇ ਮੂੰਹ ਵੀ ਧੋ ਲਿਆ ਕਰ, ਪ੍ਰਿੰਸੀਪਲ ਬਣਿਆ ਫਿਰਦਾ। ਯਾਰ ਹੁਣੀ ਜਿਵੇਂ ਪਹੁੰਚੇ ਟੇਲਾਂ ਤੇ ਉੱਥੇ ਦੇਖਾਂ ਸਾਰੀਆਂ ਦੁਕਾਨਾਂ ਬੰਦ। ਮਿੱਤਰੋ ਦਿਨ ਹੈ ਸੀ ਜੀ 10 ਮੁਹਰਮ ਦਾ। ਯਾਰਾਂ ਨੇ ਕੀਤਾ ਜੀ ਅੱਪੂ ਜਾਨ ਨੂੰ ਪਿਕ। ਤਾਂ ਮਿੱਤਰੋ ਯਾਰ ਹੁਣੀ ਇੰਗਲਿਸ਼ ਵੀ ਬੋਲਣ ਲੱਗ ਗਏ। ਨਾਈਸ ਮੁੰਡਾ ਉਹ ਦੇਖਾਂ ਸਾਹਮਣੇ ਖੜਾ, ਮੈਨੂੰ ਲੱਗਦਾ ਯਾਰ ATM ਮਾਰਨ ਆਇਆ ਡਾਕਾ। ਇਸ ਮੁੰਡੇ ਨੂੰ ਕਿਹਾ ਮੈਂ ਕਿਹਾ ਯਾਰ ਕੋਈ 2-3 ਲੱਖ ਰੁਪਇਆ ਕਢਵਾ ਲੈ ATM ਚੋਂ। ਕਹਿੰਦਾ ਯਾਰ 300 ਰੁਪਇਆ ਕਢਵਾਣਾ, ਉਹ ਵੀ ਕੋਈ ਸ਼ੈ ਖਾਣੀ ਆ ਮੈਂ ਤਾਂ। ਨਹੀਂ ਜ਼ਿਆਦਾ ਯਾਰ ਤੂੰ ਰਕਮ ਕਢਵਾ ਰਿਹਾ ਕਿ ਸਕੂਟੀ ਵੀ ਨਾਲ ਲੈ ਆਣੇ ਸੀ। ਯਾਰ ਹੁਣੀ ਫਿਰ ਪਹੁੰਚ ਗਏ ਆਪਣੇ ਸੋਹਣੇ ਪਿੰਡ ਵਾਪਸ। ਪਿੰਡ ਦੇ ਨੇੜੇ ਲੱਗਦੇ ਆ ਮਿੱਤਰੋ ਯਾਰ, ਦਿਲ ਨੂੰ ਆ ਜਾਂਦਾ ਸਕੂਨ। ਮਿੱਤਰੋ ਬੜੀ ਹੋਈ ਸੀ ਗੰਦੀ, ਮੈਂ ਫੜੀ ਚਾਬੀ। ਮੈਂ ਕਿਹਾ ਲਿਆ ਦੇ ਯਾਰ ਗੱਡੀ ਧਵਾ ਕੇ ਲੈ ਕੇ ਆਵਾਂ। ਮੈਂ ਕਿਹਾ ਯਾਰ ਗੱਡੀ ਕਰਦੀ ਮੀਆਂ ਮੀਆਂ। ਗੱਡੀ ਤਾਂ ਮੈਂ ਸਾਫ਼ ਹੀ ਕਰ ਰਿਹਾ। ਮੈਂ ਕਿਹਾ ਥੋੜੀ ਜਿਹੀ ਹੋਰ ਟਾਇਟ ਕਰਦੀ ਕਿਉਂਕਿ ਯਾਰ ਮੇਰੀ ਬੇਗਮ ਨੇ ਬਹਿਣਾ ਫਰੰਟ ਸੀਟ ਤੇ। ਤੇਰਾ ਵਿਆਹ ਹੋ ਗਿਆ? ਮੈਂ ਕਿਹਾ ਵਿਆਹ ਨਹੀਂ ਹੋਇਆ ਤੇ ਹੋ ਜਾਏਗਾ ਯਾਰ ਅਨਤਰੀ। ਹੁਣੀ ਪਹੁੰਚ ਗਏ ਪਿੰਡ ਵਾਪਸ। ਟਾਈਮ ਹੋ ਗਿਆ ਸੀ ਨਮਾਜ਼ੇ ਇਸ਼ਾ ਦਾ। ਨਮਾਜ਼ੇ ਇਸ਼ਾ ਪੜੀ ਫਿਰ ਦਿਲ ਨੂੰ ਆ ਗਿਆ ਸਕੂਨ। ਜਿਹਦੇ ਵੀ ਦੇਖਾਂ ਤੇ ਬਣਦੀਆਂ ਪਈਆਂ ਜੀ ਹਲਵਾ ਪੂੜੀਆਂ। ਮੈਂ ਕਿਹਾ ਇਹ ਕਾਦੀ ਖੁਸ਼ੀ ਦੇ ਵਿੱਚ? ਕਹਿੰਦੇ ਅੱਜ ਹੈਗੇ ਆ ਜੀ ਮਸਜਿਦ ਦੇ ਵਿੱਚ ਮਹਿਫਲ। ਇੱਕ ਵਾਰੀ ਘਰ ਹੋ ਕੇ ਆਉਂਦੇ ਆ ਫਿਰ ਸੌਂਦੇ ਆ। ਮਹਿਫਲ ਦੇਖਾਂ ਤੇ ਬੱਚੇ ਲੜਦੇ ਪਏ ਆ। ਮੈਂ ਕਿਹਾ ਹਟ ਜਾਓ ਯਾਰ, ਲੜਦੇ ਕਿਉਂ ਆ ਤੁਸੀਂ? ਮਿੱਤਰੋ ਬੱਚਿਆਂ ਦੀ ਲੜਾਈ ਤੋਂ ਹੀ ਵੱਡਿਆਂ ਦੀ ਲੜਾਈ ਬਣ ਜਾਂਦੀ ਆ। ਬੱਚੇ ਆਪਸ ਦੇ ਵਿੱਚ ਲੜਦੇ ਰਹਿੰਦੇ ਆ, ਵੱਡੇ ਆਣ ਛਡਾਣੇ ਦੀ ਬਜਾਏ ਇੱਕ ਦੂਸਰੇ ਦੇ ਲਾ ਜਾਂਦੇ ਆ ਚੰਡਾ, ਫਿਰ ਉੱਥੋਂ ਬਣ ਜਾਂਦਾ ਰੋਲਾ। ਬੱਚੇ ਜਿੱਥੇ ਵੀ ਲੜਦੇ ਹੋਣ ਉਹਨਾਂ ਨੂੰ ਦੇਖ ਕੇ ਛਡਾ ਦਿਆ ਕਰੋ। ਕੁੜੀਆਂ ਸਾਰੀਆਂ ਹੋ ਗਈਆਂ ਸੀ ਇੱਕ ਵਾਰੀ ਤਿਆਰ, ਸਾਰੀਆਂ ਹਲਵਾ ਪੂੜੀਆਂ ਹੋ ਰਹੀਆਂ ਸੀ ਪੈਕ ਉੱਤੇ ਰੱਖ ਕੇ। ਹਲਵਾ ਪੂੜੀਆਂ ਦਾ ਇੰਤਜ਼ਾਮ ਮਸਜਿਦ ਦੇ ਵਿੱਚ ਕੀਤਾ ਸੀ ਹਸਨ ਗੁੱਜਰ ਡੈਰੀ ਵਾਲੇ ਨੇ, ਅੱਲਾਹ ਤਾਲਾ ਕਬੂਲ ਫਰਮਾਏ। ਮਾਸ਼ਾਅੱਲਾ ਜੀ ਚੈੱਕ ਕਰੋ ਹਲਵਾ ਪੂੜੀ ਦੀ ਪੈਕਿੰਗ ਬੜੀ ਸਪੀਡ ਦੇ ਨਾਲ ਜਾਰੀ ਆ। ਦੇਖੋ ਯਾਰ ਬੜੀ ਮਿਹਨਤ ਲੱਗਦੀ ਆ। ਕਹਾਂ ਯਾਰ ਉਰੇ ਲਿਆਓ ਇੱਕ ਹਲਵਾ ਪੂੜੀ ਖਾ ਕੇ ਚੈੱਕ ਤਾਂ ਕਰਾਂ ਕੈਸੀ ਬਣੀ ਆ। ਮਿੱਤਰੋ ਖਾ ਕੇ ਤੁਹਾਨੂੰ ਦੱਸਦਾ ਹੁਣੇ ਮੈਂ ਟੇਸਟ। ਜਿਵੇਂ ਇੱਕ ਬੁਰਕੀ ਤੋੜ ਕੇ ਨਾਲ ਲਾਇਆ ਹਲਵਾ, ਯਕੀਨ ਕਰੋ ਸਵਾਦ ਸਾਰਾ ਹੀ ਆ ਗਿਆ ਹਲਵਾ ਪੂੜੀ ਖਾ। ਪੂੜੀ ਹੈ ਸੀ ਬੜੀ ਸਵਾਦੀ। ਤੁਸੀਂ ਕਰ ਦੋ ਜੀ ਵੀਡੀਓ ਨੂੰ ਲਾਈਕ। ਭਾਈ ਕਹਿੰਦਾ ਮੈਂ ਵੀ ਖਾ ਕੇ ਚੈੱਕ ਕਰਦਾ, ਤੂੰ ਐਵੇਂ ਕਿਤੇ ਆਵਾਮ ਸਾਹਮਣੇ ਫੁੰਡਾ ਹੀ ਨਾ ਛੱਡੀ ਜਾਵੇਂ। ਕਹਿੰਦਾ ਯਾਰ ਵਾਕਈ ਬੜੀ ਟੇਸਟੀ ਆ। ਦੇਖਾ ਰਾਤ ਦੇ 11:56 ਹੋ ਗਏ ਤੇ ਇੱਕ ਨੰਨਾ ਮੁੰਨਾ ਬੱਚਾ ਸੋ ਗਿਆ ਹੋ ਰਹੀ ਮਸਜਿਦ ਦੇ ਵਿੱਚ। ਮੈਂ ਕਿਹਾ ਕਿਉਂ ਸੁੱਤਾ ਹੋਇਆ? ਕਹਿੰਦਾ ਯਾਰ ਹਲਵਾ ਪੂੜੀਆਂ ਖਾਣ। ਅਲੀ ਮਹਿਫਲ ਹੋ ਗਈ ਸੀ ਖਤਮ। ਚੈੱਕ ਕਰੋ ਜੀ ਹਲਵਾ ਪੂੜੀਆਂ ਹੋ ਰਹੀਆਂ ਤਕਸੀਮ। ਕਿਆ ਬਾਤ ਆ ਯਾਰ, ਮੂੰਹ ਚ ਆ ਗਿਆ ਪਾਣੀ। ਭਾਈ ਨੂੰ ਕਿਹਾ ਮੈਂ ਕਿਹਾ ਹਲਵਾ ਪੂੜੀ ਯਾਰ ਤੂੰ ਪੈਕ ਕੀਤੀ ਆ? ਕਹਿੰਦਾ ਹਾਂ ਯਾਰ। ਮੈਂ ਕਿਹਾ ਕਿਆ ਬਾਤ ਆ, ਲਵ ਯੂ ਹੋ ਗਈ। ਬਾਅਦ ਮੈਨੂੰ ਦਿਓ ਇਜਾਜ਼ਤ, ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰਿਓ। ਪਾਕਿਸਤਾਨ ਜ਼ਿੰਦਾਬਾਦ।